ਕਾਫੀ ਦੇਰ ਪਹਿਲਾਂ ਨਗਰ ਨਿਗਮ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਉਹ ਜਿਹਦੇ ਵਿੱਚ ਲੋਕਾਂ ਨੂੰ ਯਾਨੀ ਕਿ ਜਿਹੜੇ ਕਾਉਂਸਲਰ ਹੈਗੇ ਉਹਨਾਂ ਨੂੰ ਠੀਕ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹ ਦਿੱਤੇ ਜਾਣ ਤਾਂ ਕਿ ਉਹ ਮੁਲਾਜ਼ਮਾਂ ਕੋ ਠੀਕ ਤਰ੍ਹਾਂ ਨਾਲ ਸਫਾਈ ਕਰਵਾ ਸਕਣ। ਮਗਰ ਕੁਝ ਐਦਾਂ ਦੇ ਹੁਣ ਜਿਹੜੇ ਲੋਕ ਹੈਗੇ ਜਿਹੜੇ ਕਮੇਟੀ ਦੇ ਵਿੱਚ ਮੈਂਬਰ ਸੀ ਉਹਨਾਂ ਨੇ ਆਪਣੀ ਜਿਹੜੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਗਿਆ। ਸਾਡੇ ਨਾਲ ਇਸ ਟਾਈਮ ਮੌਜੂਦ ਆ ਵਾਰਡ ਨੰਬਰ 71 ਦੇ ਕਾਉਂਸਲਰ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਮੈਡਮ ਕੀ ਕਾਰਨ ਕੀ ਪੈ ਗਿਆ ਜਿਹੜੀ ਤੁਸੀਂ ਨਗਰ ਨਿਗਮ ਵੱਲੋਂ ਕਮੇਟੀ ਬਣਾਈ ਗਈ ਸੀ ਤੁਸੀਂ ਉਹ 'ਚੋਂ ਰਿਜ਼ਾਈਨ ਦੇ ਦਿੱਤਾ? ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਨਗਰ ਨਿਗਮ ਜਿਹੜੀ ਕਮੇਟੀ ਸਿਹਤ ਐਂਡ ਸੈਨੀਟੇਸ਼ਨ ਹੈਡਵਾਕ ਜਿਹੜੀ ਕਮੇਟੀ ਬਣੀ ਹੈ ਇਹਦੇ ਵਿੱਚ ਇਹ ਫੈਬ ਵਿੱਚ ਬਣੀ ਹੈ 2020 'ਚ, ਜਿਸ ਦੇ ਵਿੱਚ ਸਾਨੂੰ ਮੈਂਬਰ ਦੇ ਚੁਣਿਆ ਗਿਆ। ਉਸ ਦੇ ਫਸਟ ਡੇ ਤੋਂ ਲੈ ਕੇ ਹੁਣ ਤੱਕ ਸਾਡੀ ਇੱਕ ਵੀ ਡਿਮਾਂਡ ਪੂਰੀ ਨਹੀਂ ਹੋਈ। ਜੇ ਮੈਂ ਗੱਲ ਕਰਾਂ ਡਿਮਾਂਡ ਦੀ, ਕੀ ਡਿਮਾਂਡ ਸੀ? ਸਭ ਤੋਂ ਪਹਿਲਾਂ ਤੇ ਸਫਾਈ ਕਰਮਚਾਰੀ ਔਰ ਕੂੜੇ ਚੱਕਣ ਵਾਲੇ ਛੋਟੇ ਹਾਥੀ ਵਗੈਰਾ ਜਿਹਦਾ ਟਰਾਲੀ ਵਗੈਰਾ ਸਾਨੂੰ ਸਾਡੀ ਕੋਈ ਡਿਮਾਂਡ ਨਹੀਂ ਪੂਰੀ ਕੀਤੀ ਗਈ। ਤੁਹਾਡੇ ਕੋਲ ਜੇ ਗੱਲ ਕਰੀਏ ਜਿੱਦਾਂ ਤੁਸੀਂ ਕਿਹਾ ਕੂੜੇ ਚੱਕਣ ਵਾਲਾ ਟਰਾਲੀ ਵਗੈਰਾ ਕੀ ਤੁਹਾਨੂੰ ਵਾਰਡ ਨੂੰ ਦਿੱਤਾ ਗਿਆ ਸੀਗਾ? ਸਾਨੂੰ ਜੀ ਹੁਣ ਤੱਕ 10 ਤੋਂ 12 ਕਰਮਚਾਰੀ ਦਿੱਤੇ ਗਏ ਸੀ, ਜਿਹਦੇ ਵਿੱਚੋਂ 8 ਸਫਾਈ ਕਰਮਚਾਰੀ ਹੁਣ ਮੌਜੂਦਾ ਆ ਰਹੇ ਨੇ। ਉਸ ਤੋਂ ਇਲਾਵਾ ਸਾਨੂੰ ਜਦ ਕਿ ਸਾਡੇ ਏਰੀਆ 38 ਤੋਂ 39 ਏਰੀਆ ਸਾਡੇ ਪੈਂਦੇ ਨੇ ਮਹੱਲੇ ਕਲੋਨੀਆਂ ਪਾ ਕੇ, ਲੇਕਿਨ ਉਸ ਹਿਸਾਬ ਨਾਲ ਸਾਡੇ ਵਾਰਡ ਵਿੱਚ ਕੋਈ ਵੀ ਕਰਮਚਾਰੀ ਦਿੱਤਾ ਨਹੀਂ ਗਿਆ ਉਸ ਹਿਸਾਬ ਨਾਲ। ਜਿੱਦਾਂ ਤੁਸੀਂ ਦੱਸਿਆ ਬੜੇ ਘੱਟ ਮੁਲਾਜ਼ਮ ਜਿਹੜੇ ਆ ਕੰਮ ਤੇ ਆਉਂਦੇ ਆ ਤੁਹਾਡੇ ਕੋਲ, ਤੁਹਾਡੇ ਹੀ ਵਾਰਡ 'ਚ ਆਉਂਦੇ ਜਾਂ ਬਾਕੀ ਵਾਰਡਾਂ 'ਚ ਵੀ ਕੁਝ ਜ਼ਿਆਦਾ ਹੈ ਜਾਂ ਥੋੜੇ ਘੱਟ ਹੈ? ਨਹੀਂ, ਬਾਕੀ ਵਾਰਡਸ ਵਿੱਚ ਕਈ ਵਾਰਡਾਂ ਦੇ ਵਿੱਚ 50 ਤੋਂ ਉੱਤੇ ਵੀ ਕਰਮਚਾਰੀ ਹੈਗੇ ਨੇ, ਤੇ ਬਟ ਸਾਡੇ ਵਾਰਡ ਦੇ ਵਿੱਚ ਨਹੀਂ ਸਾਨੂੰ ਪ੍ਰੋਵਾਈਡ। ਜਿੱਦਾਂ ਤੁਸੀਂ ਦੱਸਿਆ ਬਾਕੀ ਵਾਰਡਾਂ ਦੇ ਵਿੱਚ 50 ਕਰਮਚਾਰੀ ਹੈਗੇ, ਤੁਹਾਡੇ ਵਾਰਡ 'ਚ ਇੰਨੇ ਆ, ਕੀ ਕਾਰਨ ਕੀ ਹੈ? ਇਸ ਦੇ ਵਿੱਚ ਕਾਰਨ ਕੋਈ ਵੀ ਹੋ ਸਕਦਾ। ਇਸ ਵਿੱਚ ਉਹਨਾਂ ਦੇ ਨਾਲ ਕੋਈ ਅਫਸਰ ਵੀ ਮਿਲੇ ਹੋ ਸਕਦੇ ਨੇ, ਇਹ ਤਾਂ ਡਿਪਾਰਟਮੈਂਟ ਨੂੰ ਪਤਾ ਜਾਂ ਫਿਰ ਜਿਹੜੇ ਉੱਪਰ ਬੈਠੇ ਨੇ ਉਹਨਾਂ ਨੂੰ ਪਤਾ। ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਅਫਸਰ ਮਿਲੇ ਹੋਗੇ ਜਾਂ ਕੋਈ ਥੱਲੜੇ ਮੁਲਾਜ਼ਮ ਮਿਲੇ ਹੋਗੇ, ਉਹਦੇ ਬਾਰੇ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਹੈਗੇ ਜਾਂ ਮੇਅਰ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ? ਹਾਂਜੀ, ਬਹੁਤ ਵਾਰੀ ਉਹਨਾਂ ਨਾਲ ਰਿਟਨ ਵੀ ਔਰ ਵੈਸੇ ਵੀ ਅਸੀਂ ਜਿੰਨੀ ਵਾਰੀ ਵੀ ਆਏ ਹਾਂ ਬਾਰ-ਬਾਰ ਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਮੁੱਦੇ ਤੇ, ਲੇਕਿਨ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਦੁਖੀ ਹੋ ਕੇ ਅਸੀਂ ਆਪਣਾ ਇਸ ਕਰਕੇ ਅੱਜ ਅਸਤੀਫਾ ਦੇ ਦਿੱਤਾ ਕਿ ਅਸੀਂ ਆਪਣੀਆਂ ਡਿਮਾਂਡਸ ਨਹੀਂ ਸਾਰੀਆਂ ਪੂਰੀਆਂ ਕਰ ਸਕਦੇ, ਅਸੀਂ ਸ਼ਹਿਰ ਦੇ ਡਿਮਾਂਡ ਕਿਸ ਤਰ੍ਹਾਂ ਪੂਰੀਆਂ ਕਰ ਸਕਾਂਗੇ। ਕਿਉਂਕਿ ਤੁਸੀਂ ਵਾਰਡ ਦੇ ਇੱਕ ਕਾਉਂਸਲਰ ਵੀ ਹੋ, ਕਿਉਂਕਿ ਜਿਹੜੇ ਵਾਰਡ ਦੇ ਕਾਉਂਸਲਰ ਹੁੰਦੇ ਜੇ ਲੋਕਾਂ ਨੂੰ ਕੋਈ ਦਿੱਕਤ ਆਵੇ ਤਾਂ ਵਾਰਡ ਦੇ ਕਾਉਂਸਲਰ ਕੋਈ ਜਾਂਦਾ। ਹਾਂਜੀ ਬਿਲਕੁਲ, ਸਵੇਰੇ ਸਵੇਰੇ ਆ ਕੇ ਲੋਕ ਸਾਡੇ ਘਰ ਦਰਵਾਜ਼ੇ ਖੜਕਾਉਂਦੇ ਨੇ ਜਾਂ ਸਾਨੂੰ ਗਾਲਾਂ ਕੱਢਦੇ ਨੇ, ਤੇ ਉਹ ਤਾਂ ਸੁਣਨਾ ਸਾਨੂੰ ਪੈਂਦਾ ਕਿ ਜਦੋਂ ਉਹਨਾਂ ਨੇ ਸਾਨੂੰ ਕੁਝ ਸੋਚ ਕੇ ਵੋਟਾਂ ਪਾਈਆਂ ਹੈ, ਜੇ ਅਸੀਂ ਉਹਨਾਂ ਦੀ ਡਿਮਾਂਡਸ ਨਹੀਂ ਪੂਰੀਆਂ ਕਰ ਸਕਣਗੇ ਤੇ ਉਹਨਾਂ ਨੇ ਸਾਨੂੰ ਹੀ ਸੁਣਾਉਣਾ। ਇਸ ਤੋਂ ਦੁਖੀ ਹੋ ਕੇ ਅਸੀਂ ਅਸਤੀਫਾ ਦਿੱਤਾ। ਜਿਹੜੇ ਨਗਰ ਨਿਗਮ ਵੱਲੋਂ ਕਮੇਟੀ ਬਣਾਈ ਗਈ ਸੀ ਉਹਦੇ 'ਚ ਕਿੰਨੇ ਮੈਂਬਰ ਹੈਗੇ ਆ ਟੋਟਲ? 9 ਮੈਂਬਰ ਹੈ ਉਹਦੇ ਵਿੱਚ। ਜਿੱਦਾਂ ਤੁਸੀਂ ਦੱਸਿਆ ਉਹਦੇ 'ਚ 9 ਮੈਂਬਰ ਹੈਗੇ, 9 ਮੈਂਬਰਾਂ ਨਾਲ ਤੁਸੀਂ ਇਸ ਬਾਰੇ ਕੋਈ ਗੱਲਬਾਤ ਕੀਤੀ? ਹਾਂਜੀ, ਬੜੀ ਵਾਰੀ ਹੋ ਚੁੱਕੀ ਹੈ ਗੱਲਬਾਤ। ਅੱਜ ਵੀ ਇਸ ਟੌਪਿਕ 'ਤੇ ਗੱਲਬਾਤ ਹੋਈ ਹੈ, ਬਲਕਿ ਜਦੋਂ ਇਹ ਪਿਛਲੇ 30 ਜੁਲਾਈ ਨੂੰ ਜਦੋਂ ਇਹ ਲਾਸਟ ਮੀਟਿੰਗ ਹੋਈ ਸੀ, ਅੱਜ 2 ਮਹੀਨੇ 9 ਦਿਨ ਹੋ ਗਏ ਨੇ, 31 ਜੁਲਾਈ ਨੂੰ ਹੋਈ ਸੀ ਮੀਟਿੰਗ। ਉਹਦੇ ਵਿੱਚ ਵੀ ਅਸੀਂ ਅਲਟੀਮੇਟਮ ਦਿੱਤਾ ਸੀਗਾ ਕਿ ਅਸੀਂ ਹੁਣ ਤੁਸੀਂ ਇਸ ਬਾਰੇ ਕੁਝ ਕਰ ਲਓ, ਨਹੀਂ ਤਾਂ ਫਿਰ ਸਾਡਾ ਅੱਗੋਂ ਜਵਾਬ ਹੀ ਹੈ। ਤੇ ਉਦੋਂ ਤੁਹਾਨੂੰ ਕੀ ਕਿਹਾ ਗਿਆ ਸੀ ਉਹਨਾਂ ਨੇ? ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਅੱਗੋਂ ਹੁਣ ਕਵਰ ਕਰਾਂਗੇ, ਸਾਰਾ ਕੁਝ ਠੀਕ ਕਰਾਂਗੇ, ਕੋਸ਼ਿਸ਼ ਕਰਾਂਗੇ, ਲੇਕਿਨ ਹਜੇ ਤੱਕ ਸਾਡੀ ਕੋਈ ਡਿਮਾਂਡ ਨਹੀਂ ਪੂਰੀ ਹੋਈ। ਤੁਹਾਨੂੰ ਲੱਗਦਾ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ? ਕਿਉਂਕਿ ਸਰਕਾਰ ਤੁਹਾਡੀ ਹੀ ਹੈ। ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਰਿਸ਼ਵਤਖੋਰੀ ਨਹੀਂ ਚੱਲਦੀ ਜਾਂ ਕੋਈ ਜਿੱਦਾਂ ਕਹਿ ਦਿਓ ਭੇਦਭਾਵ ਨਹੀਂ ਕੀਤਾ ਜਾਂਦਾ, ਮਗਰ ਸਰਕਾਰ ਤੁਹਾਡੀ ਹੈ, ਤੁਸੀਂ ਆਪਣੇ ਹੀ ਮੁਲਾਜ਼ਮਾਂ ਦੇ ਉੱਤੇ ਐਲੀਗੇਸ਼ਨ ਲਾ ਰਹੇ ਹੋ। ਸਰਕਾਰ ਤੇ ਸਾਡੀ ਹੈ, ਲੇਕਿਨ ਇਹ ਤਾਂ ਹੁਣ ਉਹਨਾਂ ਨੂੰ ਪਤਾ ਕਿ ਉਹ ਕੀ ਕਰਦੇ ਨੇ, ਸਾਡੇ ਵਾਸਤੇ ਕੁਝ ਸੋਚਦੇ ਕਿ ਨਹੀਂ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਬਿਲਕੁਲ ਸਾਫ਼ ਸੁਥਰਾ ਰਹੇ, ਸਾਨੂੰ ਇਸ ਵਿੱਚੋਂ ਕੋਈ ਉਹ ਲਾਲਚ ਨਹੀਂ ਹੈ। ਅਸੀਂ ਕੋਈ ਲਾਲਚ ਦੇਖ ਕੇ ਨਹੀਂ ਇਹ ਇਲੈਕਸ਼ਨ ਲੜੀ, ਅਸੀਂ ਕੁਝ ਸੋਚ ਕੇ ਇਲੈਕਸ਼ਨ ਲੜੀ ਸੀ ਕਿ ਅਸੀਂ ਆਪਣੇ ਸ਼ਹਿਰ ਨੂੰ ਕੁਝ ਅੱਛਾ ਕਰ ਸਕਾਂਗੇ ਜਾਂ ਕੁਝ ਅੱਛਾ ਦਿਖਾ ਸਕਾਂਗੇ ਆਪਣੇ ਆਪ ਨੂੰ, ਲੇਕਿਨ ਅਸੀਂ ਉਹਦੇ ਵਿੱਚ ਪੂਰੀ ਤਰ੍ਹਾਂ ਆਪਣਾ ਕਾਮਯਾਬ ਨਹੀਂ ਹੋ ਸਕੇ। ਕੀ ਕਾਰਨ ਕੀ ਹੈ, ਕਾਮਯਾਬ ਕਿਉਂ ਨਹੀਂ ਹੋ ਸਕਦੇ? ਬਿਲਕੁਲ ਇਸੇ ਕਰਕੇ ਕਿ ਸਾਡੀ ਕੋਈ ਡਿਮਾਂਡ ਨਹੀਂ ਪੂਰੀ ਹੋਈ, ਕਾਰਨ ਤੇ ਇਹੀ ਹੋਈ ਹੈ। ਜਿੱਦਾਂ ਤੁਸੀਂ ਇੱਕ ਇਲਾਕੇ ਦੇ ਕਾਉਂਸਲਰ ਵੀ ਹੋ, ਠੀਕ ਹੈ ਜੀ, ਕਾਉਂਸਲਰ ਪਾਰਟੀ ਦਿਓ, ਕਾਂਗਰਸ ਪਾਰਟੀ ਦਿਓ, ਤੁਸੀਂ ਇਹਨੂੰ ਲੈ ਕੇ ਆਪਣੇ ਜਿਹੜੇ ਡਿਮਾਂਡ ਇਲਾਕੇ ਦੇ ਲੋਕ ਹੈ ਉਹਨਾਂ ਨੂੰ ਲੈ ਕੇ ਕਿਤੇ ਹਾਈ ਕਮਾਂਡ 'ਤੇ ਵੀ ਗੱਲ ਕਰ ਸਕਦੇ ਸੀ ਨਾ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਹੇਰਾਫੇਰੀ ਹੋ ਰਹੀ ਹੈ ਜਾਂ ਭੇਦਭਾਵ ਹੋ ਰਿਹਾ। ਬੜੀ ਵਾਰੀ ਇਸ ਬਾਰੇ ਗੱਲਬਾਤ ਹੋ ਚੁੱਕੀ ਹੈ। ਕਿਹਦੇ ਨਾਲ? ਚੇਅਰਮੈਨ ਸਾਹਿਬ ਨਾਲ ਹੋ ਚੁੱਕੀ ਹੈ, ਮੇਅਰ ਸਾਹਿਬ ਨਾਲ ਹੋ ਚੁੱਕੀ ਹੈ, ਕਮਿਸ਼ਨਰ ਸਾਹਿਬ ਨਾਲ ਹੋ ਚੁੱਕੀ ਹੈ। ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ? ਬਸ ਉਹੀ ਹਰ ਵਾਰੀ ਆਸ਼ਵਾਸਨ ਦੇ ਦਿੰਦੇ ਨੇ ਕਿ ਅਗਲੀ ਵਾਰੀ ਤੱਕ ਹੋ ਜਾਏਗਾ ਠੀਕ, ਲੇਕਿਨ ਹਜੇ ਤੱਕ ਕੁਝ ਵੀ ਠੀਕ ਨਹੀਂ ਹੋਇਆ।
2.5 ਸਾਲ 2.5 ਤੋਂ ਪੌਣੇ 3 ਸਾਲ ਹੋ ਗਏ ਨੇ ਇਲੈਕਸ਼ਨ ਨੂੰ। 2017 ਚ ਦਸੰਬਰ ਚ ਇਲੈਕਸ਼ਨ ਹੋਈ ਸੀ ਤੇ ਹੁਣ ਤੁਸੀਂ ਦੇਖ ਲਓ 2020 ਦੀ ਦਸੰਬਰ ਆਉਣ ਵਾਲੀ ਹੈ। 3 ਸਾਲ ਕੰਪਲੀਟ ਹੋਣ ਵਾਲੇ ਦਸੰਬਰ ਚ। ਹਜੇ ਤੱਕ ਸਾਡੀ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਇਹ ਸੀ ਵਾਰਡ ਨੰਬਰ 71 ਦੇ ਕੌਂਸਲਰ, ਉਹਨਾਂ ਦੇ ਜਿਹੜੇ ਹਸਬੰਡ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ। ਉਹਨਾਂ ਦੀ ਧਰਮ ਪਤਨੀ ਵੱਲੋਂ ਇੱਕ ਅਸਤੀਫਾ ਦੇ ਦਿੱਤਾ, ਜਿਹੜੀ ਕਮੇਟੀ ਬਣਾਈ ਸੀ ਉਹਨਾਂ ਦਾ ਕੀ ਕਹਿਣਾ ਤੁਹਾਡੀ ਮਿਸਿਸ ਨੇ ਅਸਤੀਫਾ ਦੇ ਦਿੱਤਾ ਇੱਕ ਕਮੇਟੀ ਤੋਂ? ਸਰ ਇੱਦਾਂ ਹੈਗਾ ਵੀ ਡਿਮਾਂਡ ਕਰਨਾ ਆਪਣਾ ਫਰਜ਼ ਹੈ ਔਰ ਇਲਾਕੇ ਦਾ ਵਿਕਾਸ ਕਰਾਉਣਾ ਵੀ ਆਪਣਾ ਫਰਜ਼ ਹੈ, ਲੇਕਿਨ ਇਹਦੇ ਵਿੱਚ ਆਪਾਂ ਬਾਕੀ ਸਾਡੀਆਂ ਸਾਰੀਆਂ ਡਿਮਾਂਡਸ ਪੂਰੀਆਂ ਹੋ ਰਹੀਆਂ, ਲੇਕਿਨ ਜਿਹੜੀ ਆਪਾਂ ਸਿਹਤ ਐਂਡ ਹੈਲਥ ਸੈਨੀਟੇਸ਼ਨ ਡਿਪਾਰਟਮੈਂਟ ਦੇ ਮੈਡਮ ਮੈਂਬਰ ਬਣੇ ਹਨ, ਉਸ ਕਮੇਟੀ ਦੀ ਡਿਮਾਂਡ ਅਸੀਂ ਫਰਵਰੀ 2018 ਤੋਂ ਰੱਖਣੀ ਸ਼ੁਰੂ ਕੀਤੀ ਸੀ ਵੀ ਸਾਡੇ ਕੋਲ ਜਿਹੜੇ ਸਫਾਈ ਕਰਮਚਾਰੀ ਦਿੱਤੇ ਗਏ ਹਨ ਬਹੁਤ ਘੱਟ ਦਿੱਤੇ ਗਏ ਹਨ ਤੇ ਏਰੀਆ ਜਿਹੜਾ ਸਾਨੂੰ ਮਿਲਿਆ ਸ਼ਹਿਰ ਦਾ ਸਭ ਤੋਂ ਵੱਡਾ ਏਰੀਆ ਸਾਨੂੰ ਮਿਲਿਆ। ਏਰੀਏ ਉਹ ਡਿਮਾਂਡ ਦੇ ਹਿਸਾਬ ਨਾਲ ਜ਼ਮੀਨ ਅਸਮਾਨ ਦਾ ਅੰਤਰ ਹੈ ਸਫਾਈ ਕਰਮਚਾਰੀਆਂ ਦੇ ਵਿੱਚ, ਔਰ ਕੁਛ ਵਾਰਡ ਇਹੋ ਜਿਹੇ ਹਨ ਜਿਹਦੇ ਵਿੱਚ 40 ਤੋਂ 50 ਸਫਾਈ ਕਰਮਚਾਰੀ ਕੰਮ ਕਰ ਰਹੇ ਹਨ ਔਰ ਏਰੀਆ ਬਹੁਤ ਛੋਟਾ ਹੈ। ਆਪਣੇ ਕੋਲ ਲਗਭਗ 37 ਮੁਹੱਲੇ ਔਰ ਕਲੋਨੀਆਂ ਸਾਡੇ ਵਾਰਡ ਨੰਬਰ 71 ਵਿੱਚ ਪੈਂਦੇ ਹਨ ਤੇ ਇਸ ਵੇਲੇ ਹਾਜ਼ਰ 8 ਤੋਂ 10 ਜਾਣੇ ਆਉਂਦੇ ਹਨ ਸਫਾਈ ਕਰਨ ਨੂੰ। ਉਹ ਕਿਸ ਤਰ੍ਹਾਂ ਅਸੀਂ ਮੈਨੇਜ ਕਰਦੇ ਹਾਂ ਸਾਨੂੰ ਪਤਾ ਹੈਗਾ, ਇੱਥੇ ਕਿਸੇ ਅਫਸਰਾਂ ਨੂੰ ਵੀ ਨਹੀਂ ਸ਼ਾਇਦ ਪਤਾ ਹੋਏਗਾ। ਔਰ ਕੁਛ ਏਰੀਆ ਇਹੋ ਜਿਹੇ ਹਨ ਜਿਨ੍ਹਾਂ ਦੇ ਵਿੱਚ 5 ਤੋਂ ਲੈ ਕੇ 7, 8, 10 ਕਲੋਨੀਆਂ ਮੁਹੱਲੇ ਪੈਂਦੇ ਹਨ ਤੇ ਉਹਨਾਂ 'ਚ 30, 40, 50 ਮੈਂਬਰ ਸਫਾਈ ਕਰਮਚਾਰੀ ਦਿੱਤੇ ਗਏ ਹਨ ਔਰ ਉਹਨਾਂ ਦੇ ਏਰੀਏ ਵੀ ਪੂਰੇ ਸਟੈਂਡਰਡ ਦੇ ਹਨ ਔਰ ਸਾਡੇ ਏਰੀਏ ਵੀ ਲੋਕ ਹਨ ਜਿੱਥੇ ਸਫਾਈ ਹੋਣੀ ਚਾਹੀਦੀ ਹੈ ਏਰੀਏ ਵਿੱਚ ਉੱਥੇ ਸਫਾਈ ਨਹੀਂ ਹੋ ਪਾਉਂਦੀ ਔਰ ਜਿੱਥੇ 2-4 ਦਿਨ ਚੱਲ ਸਕਦੇ ਹਨ ਉੱਥੇ ਸਫਾਈ ਕਰਮਚਾਰੀ ਜ਼ਿਆਦਾ ਹਨ, ਉੱਥੇ ਡੇਲੀ ਬੇਸ ਸਫਾਈ ਹੁੰਦੀ ਹੈ। ਸਾਡੀ ਜਿਹੜੀ ਸਫਾਈ ਹੈਗੀ ਲਗਭਗ ਵੀਕਲੀ ਬੇਸ 10 ਦਿਨ ਬਾਅਦ ਇੱਕ ਏਰੀਏ 'ਚ ਆਪਾਂ ਸਫਾਈ ਕਰਾ ਪਾਉਂਦੇ ਹਾਂ। ਕੀ ਕਾਰਨ ਕੀ ਮੰਨਦੇ ਹੋ ਇੰਨੀ ਲੇਟ ਸਫਾਈ ਕਰਾ ਰਹੇ ਹੋ? ਤੋਂ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਸਵੱਛ ਭਾਰਤ ਅਭਿਆਨ ਦੀ ਜਿਹੜਾ ਸਵੱਛ ਭਾਰਤ ਅਭਿਆਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ। ਬਿਲਕੁਲ ਜੀ, ਇਸ ਵਾਸਤੇ ਆਪਾਂ ਮੈਂ ਅੱਗੇ ਗੱਲ ਕੀਤੀ, ਆਪਾਂ 2018 ਤੋਂ ਡਿਮਾਂਡ ਕਰ ਰਹੇ ਸੀ ਔਰ ਇਹਦੀ ਜਿਹੜੀ ਕਮੇਟੀ ਹੈਗੀ ਫਰਵਰੀ 2020 ਵਿੱਚ ਅਸੀਂ ਕਮੇਟੀ ਬਣਾਈ ਗਈ, ਉਹਦੇ 'ਚ ਮੈਡਮ ਨੂੰ ਮੈਂਬਰ ਲਿਆ ਗਿਆ ਔਰ ਇਸੇ ਕਮੇਟੀ ਦੇ ਵਿੱਚ ਉਸ ਤੋਂ ਪਹਿਲੇ ਆਪਾਂ ਬਾਰ-ਬਾਰ ਡਿਮਾਂਡ ਕੀਤੀ ਵੀ ਸਾਨੂੰ ਸਫਾਈ ਕਰਮਚਾਰੀ ਦਿੱਤੇ ਜਾਣ। ਉਹ ਹੀ ਕੁਛ ਦਿੱਤੇ ਗਏ ਤੇ ਸਾਡੇ ਕੋਲ 8-10 ਹੋਏ ਔਰ ਇਹਦੇ ਵਿੱਚ ਹੁਣ ਵੀ ਅਸੀਂ ਲਾਸਟ 2-3 ਮੀਟਿੰਗਾਂ ਦੇ ਵਿੱਚ ਡਿਮਾਂਡ ਰੱਖੀ ਗਈ ਔਰ ਸਾਨੂੰ ਚੇਅਰਮੈਨ ਸਾਹਿਬ ਵੱਲੋਂ, ਮੇਅਰ ਸਾਹਿਬ ਵੱਲੋਂ, ਕਮਿਸ਼ਨਰ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ, ਲੇਕਿਨ ਕੰਮ ਕੋਈ ਨਹੀਂ ਹੋ ਪਾ ਰਿਹਾ, ਜਿਹਦੇ ਵਿੱਚ ਇਹਨਾਂ ਨੇ ਵੀ ਰਿਕਮੈਂਡ ਕਰਕੇ ਭੇਜੇ ਹੋਏ ਆ ਵੀ ਸਫਾਈ ਕਰਮਚਾਰੀ ਪੂਰੇ ਕੀਤੇ ਜਾਣ ਜਾਂ ਜਿੱਦਾਂ ਹੈ ਆਪਣੀ ਸਮਝ ਤੋਂ ਬਾਹਰ ਹੈਗਾ ਵੀ ਆਪਣੇ ਜਿਹੜੇ ਉੱਪਰ ਆਫੀਸਰ ਸਾਹਿਬਾਨ ਬੈਠੇ ਆ ਕਮਿਸ਼ਨਰ ਸਾਹਿਬ ਜਾਂ ਆਪਣੇ ਹੈਲਥ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਡਾਕਟਰ ਸਾਹਿਬ ਵਗੈਰਾ ਪਤਾ ਨਹੀਂ ਕਿਸ ਹਿਸਾਬ ਨਾਲ ਵੰਡ ਕਰ ਰਹੇ ਹਨ, ਸਾਡੀ ਸਮਝ ਤੋਂ ਬਿਲਕੁਲ ਬਾਹਰ ਹੈ। 2.5-3 ਸਾਲ ਹੋ ਗਏ ਸਾਨੂੰ ਇਹੋ ਕੁਝ ਦੇਖਦੇ ਆ। ਕੀ ਕਾਰਨ ਕੀ ਮੰਨਦੇ ਹੋ? ਸਰਕਾਰ ਤੁਹਾਡੀ ਹੈ, ਠੀਕ ਹੈ ਜੀ, ਫਿਰ ਵੀ ਕੰਮ ਨਹੀਂ ਹੋ ਰਹੇ। ਕਾਰਨ ਕੁਛ ਇਹ ਵੀ ਹੈਗਾ ਵੀ ਆਪਣੇ ਕੋਲ ਸਫਾਈ ਕਰਮਚਾਰੀ ਆਪਣੇ ਕਾਰਪੋਰੇਸ਼ਨ ਵਿੱਚ ਕੁਛ ਘੱਟ ਹਨ, ਬਾਕੀ ਸ਼ਹਿਰਾਂ ਦੇ ਮੁਤਾਬਕ ਘੱਟ ਹਨ, ਅਸੀਂ ਐਗਰੀ ਕਰਦੇ ਹਾਂ, ਲੇਕਿਨ ਘੱਟ ਦੇ ਮੁਤਾਬਕ ਵੀ ਅਗਰ ਡਿਵਾਈਡ ਸਹੀ ਢੰਗ ਨਾਲ ਇਕੁਅਲ ਵੀ ਕੀਤੇ ਹੁੰਦੇ ਵਾਰਡ ਦੇ ਹਿਸਾਬ ਨਾਲ ਵੀ, ਤੇ ਉਸ ਹਿਸਾਬ ਨਾਲ ਵੀ 20 ਤੋਂ 25 ਹਰ ਵਾਰਡ ਨੂੰ ਮਿਲਦੇ ਆ, ਲੇਕਿਨ ਉਹ ਵੀ ਸਹੀ ਨਹੀਂ ਵੰਡ ਕੀਤੀ ਗਈ। ਬਾਰ-ਬਾਰ ਇਹ ਵੀ ਕਿਹਾ ਗਿਆ ਵੀ ਆਪਾਂ ਬੀਟ ਸਿਸਟਮ ਚਲਾ ਲਈਏ, ਬੀਟ ਸਿਸਟਮ ਦੇ ਹਿਸਾਬ ਨਾਲ ਇੱਕ ਦੂਜੇ ਨੂੰ ਉੱਪਰ ਥੱਲੇ ਕਰਕੇ ਦੇ ਦਈਏ, ਲੇਕਿਨ ਕੁਛ ਇਹੋ ਜਿਹਾ ਨਹੀਂ ਹੋ ਪਾਇਆ ਜੋ ਸਾਨੂੰ ਇਹ ਚੀਜ਼ ਕਰਨ ਵਾਸਤੇ ਮਜਬੂਰ ਹੋਣਾ ਪਿਆ। ਭੇਦਭਾਵ ਕਿਉਂ? ਭੇਦਭਾਵ ਵਾਲੀ ਗੱਲ ਨਹੀਂ, ਐਕਚੁਅਲ ਸਫਾਈ ਕਰਮਚਾਰੀ ਵੀ ਘੱਟ ਹੈਗੇ ਇਹਨਾਂ ਕੋਲ ਔਰ ਵੰਡ ਸਪੋਜ਼ ਮੈਂ ਆਪਣੀ ਗੱਲ ਹੀ ਕਰਦਾ, ਸਪੋਜ਼ ਮੇਰੇ ਵਾਰਡ ਵਿੱਚ 8-10 ਆ ਰਹੇ ਹਨ, ਜੇ ਮੇਰੇ ਕੋਲ ਕੋਈ 1-2 ਮੰਗਣ ਆਏਗਾ ਜਾਂ ਮੇਰੇ ਕੱਟ ਕੇ ਦੇਣਗੇ ਮੈਂ ਬਿਲਕੁਲ ਨਹੀਂ ਦੇਣ ਦਿਆਂਗਾ। ਜੇ ਕਿਸੇ ਕੋਲ ਜ਼ਿਆਦਾ ਹੈਗੇ ਆ ਤੇ ਉਹ ਵੀ ਹਰ ਕੋਈ ਕਹਿੰਦਾ ਮੇਰਾ ਵਾਰਡ ਸਾਫ਼ ਹੋਵੇ, ਕੋਈ ਇਹ ਨਹੀਂ ਕਹੇਗਾ ਵੀ ਮੇਰੇ ਵਾਰਡ 'ਚ ਕੋਈ ਬੰਦੇ ਜਾਣ, ਲੇਕਿਨ ਇਸ ਵਾਸਤੇ ਸਾਡੇ ਕਮਿਸ਼ਨਰ ਸਾਹਿਬ ਨੂੰ ਪ੍ਰੋਪਰ ਖਾਸ ਧਿਆਨ ਦੇਣਾ ਚਾਹੀਦਾ ਔਰ ਜਿਹੜੇ ਸਾਡੇ ਹੈਲਥ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਸਾਡੇ ਡਾਕਟਰ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਬਾਰ-ਬਾਰ ਰਿਕੁਐਸਟ
ਕੀਤੀ ਗਈ ਹੈ ਵੀ ਇਹਨਾਂ ਦੀ ਵੰਡ ਸਹੀ ਕੀਤੀ ਜਾਏ, ਲੇਕਿਨ ਉਹਨਾਂ ਨੇ ਸਾਡੀ ਵੰਡ ਪ੍ਰੋਪਰ ਸਹੀ ਨਹੀਂ ਕੀਤੀ ਗਈ। ਸਿਹਤ ਅਤੇ ਸੈਨੀਟੇਸ਼ਨ ਐਂਡ ਹਾਰਟ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਵਾਰਡ ਨੰਬਰ 71 ਦੇ ਕਾਉਂਸਲਰ ਸਤਿੰਦਰ ਕੌਰ ਖਾਲਸਾ, ਜਿਨ੍ਹਾਂ ਨੇ ਇਸ ਕਮੇਟੀ ਦੇ ਪਦ ਤੋਂ ਅਸਤੀਫਾ ਇਸ ਲਈ ਦਿੱਤਾ ਹੈਗਾ ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਅਗਰ ਇਸ ਕਮੇਟੀ ਦੇ ਮੈਂਬਰ ਹੋਣ ਤੇ ਹੀ ਜੇ ਅਗਰ ਇਹਨਾਂ ਦੇ ਕੰਮ ਨਹੀਂ ਹੁੰਦੇ ਤਾਂ ਇਸ ਕਮੇਟੀ ਦੇ ਵਿੱਚ ਰਹਿਣ ਦਾ ਕੀ ਫਾਇਦਾ। ਕੈਮਰਾਮੈਨ ਗੁਲਸ਼ਨ ਦੇ ਨਾਲ ਵਿਨय ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।